ਬੰਦ ਦੇ ਦੌਰਾਨ ਇੰਡਸਟਰੀ ਨੂੰ ਕਿੰਨਾ ਕੁ ਨੁਕਸਾਨ ਝੱਲਣਾ ਪਿਆ ਤੇ ਕਿੱਦਾਂ ਨੁਕਸਾਨ ਸੀਗਾ ਜਿਹਨੂੰ ਫੇਸ ਕਰਨਾ ਪਿਆ। ਬੰਦ ਦੇ ਦੌਰਾਨ ਜੀ ਜਿਹੜਾ ਨੁਕਸਾਨ ਇੰਡਸਟਰੀ ਦਾ ਹੋਇਆ ਉਸ ਦਾ ਜਿਹੜਾ ਆਪਾਂ ਅੰਦਾਜ਼ਾ ਲਗਾਉਣਾ ਥੋੜਾ ਮੁਸ਼ਕਲ ਹੈ, ਲੇਕਿਨ ਇਹ ਹੈ ਕਿ 2 ਮਹੀਨਿਆਂ ਦੇ ਵਿੱਚ ਜਿਹੜੇ ਵਰਕਰ ਨੂੰ ਵੀ ਆਪਾਂ ਸੰਭਾਲਿਆ ਜਾਂ ਉਹਨਾਂ ਦੇ ਜੋ ਵੀ ਪੇ ਵਗੈਰਾ ਵੀ ਜਿੰਨੀ ਬਣਦੀ ਸੀ ਉਹ ਦਿੱਤੀ ਗਈ, ਤੇ ਉਸ ਤੋਂ ਬਾਅਦ ਜਦੋਂ ਟ੍ਰੇਨ ਵਗੈਰਾ ਖੁੱਲ੍ਹੀਆਂ ਤੇ ਲੇਬਰ ਦੀ ਵੀ ਸ਼ਾਰਟੇਜ ਆ ਗਈ, ਲੇਬਰ ਆਪਣੇ ਸਟੇਟਾਂ ਵਿੱਚ ਵਾਪਸ ਚਲੀ ਗਈ। ਤੇ ਲੇਕਿਨ ਉਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਹੁਣ ਇੰਡਸਟਰੀ ਬੰਦ ਰਹੀ 2 ਮਹੀਨੇ, ਉਹਦੇ ਵਿੱਚ ਵੱਡੀ ਪ੍ਰੋਬਲਮ ਇਹ ਆਈ ਜਿਹੜੀ ਕਿ ਇੰਡਸਟਰੀਜ਼ ਨੂੰ ਇਹ ਫੇਸ ਕਰਨੀ ਪਈ। ਜਿਸ ਤਰ੍ਹਾਂ ਹੁਣ ਕਈ ਮਸ਼ੀਨਾਂ ਸੀਗੀਆਂ ਉਹ ਖੜੀਆਂ ਹੀ ਮਸ਼ੀਨਾਂ ਖਰਾਬ ਹੋ ਗਈਆਂ। ਜਿਸ ਤਰ੍ਹਾਂ ਹੁਣ CNC ਮਸ਼ੀਨਾਂ ਸੀਗੀਆਂ, ਬੈਰਿੰਗ ਉੱਡ ਗਏ, ਉਹਨਾਂ ਦੇ ਜਾਮ ਹੋ ਗਏ, ਰਿਪੇਅਰਿੰਗ ਉਹਨਾਂ ਦੀ 50,000 60,000 ਰੁਪਈਆ ਉਹਨਾਂ ਦੀ ਪੈ ਗਈ। ਜਿਹੜਾ ਪੈਕੇਜ ਦਾ ਐਲਾਨ ਕੀਤਾ ਸੀਗਾ ਮੋਦੀ ਸਰਕਾਰ ਨੇ, ਤੇ ਇੰਡਸਟਰੀਜ਼ ਨੂੰ ਇੱਕ ਬਹੁਤ ਵੱਡੀ ਆਸ ਸੀ ਕਿ ਸ਼ਾਇਦ ਸਾਡੀ ਕੋਈ ਬਹੁਤ ਵੱਡੀ ਹੈਲਪ ਹੋਊਗੀ, ਪਰ ਉਹ ਵੀ ਇੱਕ ਖਾਲੀ ਲਿਫਾਫਾ ਹੀ ਅਜੇ ਤੱਕ ਨਿਕਲਿਆ ਹੈ। ਤੇ ਬੇਸ਼ੱਕ ਕੰਮਕਾਰ ਹੁਣ ਚੱਲੇ ਜ਼ਰੂਰ ਨੇ, ਲੇਕਿਨ ਗੱਲ ਉਹੀ ਕਿ ਬਿਜਲੀ ਦੇ ਬਿੱਲ ਹੋ ਗਏ, ਇੰਸਟਾਲਮੈਂਟਸ ਹੋ ਗਈਆਂ, ਬੈਂਕਾਂ ਦੀਆਂ ਹੋ ਗਈਆਂ, ਲੇਬਰ ਦੇ ਖਰਚੇ ਹੋ ਗਏ। ਤੇ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਸਮਾਂ ਲੱਗੇਗਾ ਇਸ ਛੋਟੀ ਇੰਡਸਟਰੀ ਨੂੰ ਆਪਣੇ ਪੱਬਾਂ ਭਾਰ 'ਤੇ ਹੋਣ ਲਈ? ਦੇਖੋ, ਜਿੰਨਾ ਇਹ ਡਾਊਨਫਾਲ ਚਲੇ ਗਿਆ ਇੰਡਸਟਰੀ ਦਾ, ਮੇਰਾ ਖਿਆਲ ਘੱਟੋ ਘੱਟ 6 ਤੋਂ 8 ਮਹੀਨੇ ਤੋਂ ਪਹਿਲਾਂ ਇੰਡਸਟਰੀ ਆਪਣੇ ਪੈਰਾਂ 'ਤੇ ਨਹੀਂ ਆਉਂਦੀ। ਇੱਕ ਪਾਸੇ ਸਰਕਾਰ ਦੀਆਂ ਹਦਾਇਤਾਂ ਵੀ ਸੀਗੀਆਂ ਕਿ ਆਪਣੀ ਜਿਹੜੀ ਲੇਬਰ ਆ ਉਹਨੂੰ 25 ਜਾਂ 30% ਜਿਹੜੀ ਸੈਲਰੀ ਦੇਣੀ ਹੈ। ਇੱਕ ਪਾਸੇ ਤੁਹਾਨੂੰ ਕੋਈ ਇਨਕਮ ਨਹੀਂ, ਕੰਮਕਾਰ ਬੰਦ ਨੇ, ਤੁਹਾਡੇ ਖਰਚੇ ਵੀ ਨੇ, ਰੈਗੂਲਰ ਖਰਚੇ ਨੇ, ਬੈਂਕਾਂ ਨੇ ਤੁਹਾਨੂੰ ਘੇਰਿਆ ਹੋਇਆ, ਹੋਰ ਵੀ ਕਈ ਖਰਚੇ ਨੇ, ਲੇਕਿਨ ਉਸ ਤੋਂ ਬਾਅਦ ਬੰਦ ਪਏ ਕੰਮ ਦੇ ਦੌਰਾਨ ਤੁਸੀਂ ਆਪਣੀ ਲੇਬਰ ਨੂੰ 25 ਜਾਂ 30% ਜਿਹੜੀ ਸੈਲਰੀ ਆ ਤੁਸੀਂ ਦੇਣੀ ਸਰਕਾਰ ਨੇ ਮੁਹੱਈਆ ਕਰਵਾਈ ਸੀਗੀ। ਉਸ ਨੂੰ ਕਿਵੇਂ ਦੇਖਦੇ ਹੋ ਸਰ? ਜੇ ਮੈਂ ਸਰਕਾਰਾਂ ਦੀ ਗੱਲ ਕਰਾਂ, ਸਰਕਾਰਾਂ ਨੇ ਕਰਫਿਊ ਦੇ ਦੌਰਾਨ ਵੀ 20,000 ਕਰੋੜ ਰੁਪਏ ਦਾ ਪੈਕੇਜ ਆ ਜਿਹੜਾ ਸੈਂਟਰ ਤੋਂ ਲਿਆ ਹੈ ਨਾ ਜੀ, ਤੇ ਉਸ ਤੋਂ ਬਾਅਦ ਵੱਡੇ ਦਾਅਵੇ ਕੀਤੇ ਇੱਕ ਮਦਦ ਦੇ, ਹੈਲਪ ਦੇ ਆਮ ਲੋਕਾਂ ਦੇ, ਲੇਕਿਨ ਬਿੱਲ ਮਾਫ ਦੀ ਗੱਲ ਹੋਈ। ਸੈਂਟਰ ਗੌਰਮੈਂਟ ਨੇ ਬੈਂਕਾਂ ਨੂੰ ਵੀ ਕਿਹਾ ਕਿ ਜਿਹੜੀਆਂ EMI ਨੇ, ਕਿਸ਼ਤਾਂ ਨੇ, ਆਮ ਲੋਕਾਂ ਤੋਂ ਲੈ ਕੇ ਕਿਸੇ ਦੀ ਵੀ ਹੋ ਗਈਆਂ, ਤੇ ਉਹ ਜਿਹੜੀਆਂ ਹੈਗੀਆਂ 3 ਮਹੀਨੇ ਵਾਸਤੇ ਉਹ ਰੋਕ ਲਈਆਂ ਜਾਣ, ਨਾ ਲਈਆਂ ਜਾਣ। ਲੇਕਿਨ ਧੜ ਕਰਫਿਊ ਦੇ ਵਿੱਚ ਵੀ ਜਿਹੜੀਆਂ EMIs ਲੱਗਦੀਆਂ ਰਹੀਆਂ, ਕਿਸ਼ਤਾਂ ਕੱਟਦੀਆਂ ਰਹੀਆਂ, ਬਿਜਲੀ ਦੇ ਬਿੱਲ ਵੀ ਹੁਣ ਧੜ ਆਉਣੇ ਸ਼ੁਰੂ ਹੋ ਗਏ। 20,000 ਕਰੋੜ ਦਾ ਪੈਕੇਜ ਸਰਕਾਰ ਨੇ ਲਿਆ, ਉਹ ਕਿਸ ਖਾਤੇ ਗਿਆ, ਕਿੱਧਰ ਲੱਗਿਆ, ਉਹ ਕਿਵੇਂ ਦੇਖਦੇ ਹੋ? ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਦੇ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਸ਼ਾਲ ਸ਼ਾਰਦਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਰੋਨਾ ਮਹਾਮਾਰੀ ਦੇ ਚੱਲਦੇ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਲੋਕਡਾਊਨ ਸੀਗਾ, ਕਰਫਿਊ ਲੱਗਿਆ ਰਿਹਾ, ਹਾਲਾਤ ਜਿਹੜੇ ਬਹੁਤ ਹੀ ਬੱਤਰ ਹੋ ਚੁੱਕੇ ਸੀਗੇ, ਕੰਮਕਾਰ ਨੇ ਜਿਹੜੇ ਬਿਲਕੁਲ ਠੱਪ ਹੋ ਚੁੱਕੇ ਸੀਗੇ। 2 ਮਹੀਨੇ ਲਗਾਤਾਰ ਇੰਡਸਟਰੀਜ਼ ਦੀ ਗੱਲ ਕਰੀਏ, ਅਗਰ ਛੋਟੇ ਦੁਕਾਨਦਾਰ ਦੀ ਗੱਲ ਕਰੀਏ, ਕੋਈ ਵੀ ਕੰਮ ਹੈ ਜਿਹੜਾ ਪੂਰੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਠੱਪ ਹੋ ਚੁੱਕਿਆ ਸੀਗਾ, ਬੰਦ ਹੋ ਚੁੱਕਿਆ ਸੀਗਾ। ਕਿਤੇ ਨਾ ਕਿਤੇ ਸਰਕਾਰਾਂ ਨੇ ਹੁਣ ਇਜਾਜ਼ਤ ਤਾਂ ਦਿੱਤੀ ਹੈ ਕੰਮਾਂ-ਕਾਰਾਂ ਨੂੰ ਖੋਲ੍ਹਣ ਦੀ, ਚਾਹੇ ਉਹ ਦੁਕਾਨਦਾਰ ਨੇ, ਚਾਹੇ ਇੰਡਸਟਰੀ, ਲੇਕਿਨ ਕਿਤੇ ਨਾ ਕਿਤੇ ਇੱਕ ਸਮਾਂ ਨਿਰਧਾਰਿਤ ਕੀਤਾ ਗਿਆ, ਇੱਕ ਟਾਈਮ ਦਿੱਤਾ ਗਿਆ, ਇੰਨੇ ਤੋਂ ਇੰਨੇ ਵਜੇ ਤੱਕ। ਥੋੜ੍ਹੀਆਂ ਕੰਡੀਸ਼ਨਾਂ ਜ਼ਰੂਰ ਰੱਖੀਆਂ ਹੋਈਆਂ ਨੇ, ਲੇਕਿਨ ਇੰਡਸਟਰੀ ਜਿਹੜੀ ਹੈਗੀ ਆ ਖਤਮ ਹੋਣ ਦੀ ਕਗਾਰ 'ਤੇ ਆ ਗਈ ਸੀ 2 ਮਹੀਨੇ ਦੇ ਵਿੱਚ, ਕਿਉਂਕਿ ਕਾਫੀ ਮਜ਼ਦੂਰ ਤਬਕਾ ਵੀ ਜਿਹੜਾ ਇੱਥੋਂ ਇਕੱਲੇ ਲੁਧਿਆਣੇ ਦੀ ਜੇ ਮੈਂ ਗੱਲ ਨਾ ਕਰਾਂ, ਪੂਰੇ ਪੰਜਾਬ ਦੇ ਵਿੱਚੋਂ ਹੀ ਪਲਾਇਨ ਕਰ ਗਿਆ ਸੀਗਾ ਤੇ ਆਪਣੇ ਘਰਾਂ ਨੂੰ ਚਲੇ ਗਏ ਸੀ ਭੁੱਖਮਰੀ ਦੇ ਕਰਕੇ। ਬਹੁਤ ਹੀ ਜ਼ਿਆਦਾ ਹਾਲਾਤ ਜਿਹੜੇ ਮਾੜੇ ਹੋ ਚੁੱਕੇ ਸੀਗੇ। ਅੱਜ ਇੰਡਸਟਰੀ ਦੇ ਉੱਤੇ ਅਸੀਂ ਗੱਲ ਕਰਨ ਲੱਗੇ ਹਾਂ ਤੇ ਸਾਡੇ ਨਾਲ ਭੁਪਿੰਦਰ ਸਿੰਘ ਕ੍ਰਿਸਟਲ ਜੀ ਮੌਜੂਦ ਨੇ। ਕ੍ਰਿਸਟਲ ਇੰਜੀਨੀਅਰਿੰਗ ਵਰਕਸ ਉਹਨਾਂ ਦੀ ਜਿਹੜਾ ਫਰਮ ਦਾ ਨਾਂ ਹੈਗਾ ਵਾ। ਅੱਜ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਮੁਸ਼ਕਿਲਾਂ ਦਾ ਸਾਹਮਣਾ ਉਸ ਵੇਲੇ ਕਰਨਾ ਪਿਆ ਸੀਗਾ ਜਦੋਂ ਕੰਮਕਾਰ ਬੰਦ ਪਏ ਸੀਗੇ, ਤੇ ਕੀ ਮੁਸ਼ਕਿਲਾਤਾਂ ਦਾ ਸਾਹਮਣਾ ਅੱਜ ਕਰਨਾ ਪੈ ਰਿਹਾ, ਕਿਉਂਕਿ ਕੰਮ ਬੇਸ਼ੱਕ ਚੱਲ ਗਏ ਨੇ, ਲੇਕਿਨ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇੱਕ ਵੱਡਾ ਨੁਕਸਾਨ ਤੋਂ ਬਾਅਦ ਇੰਡਸਟਰੀ ਹੈ ਜਿਹੜੀ ਆਪਣੇ ਪੱਬਾਂ ਭਾਰ 'ਤੇ ਖੜੀ ਹੋਣ ਜਾ ਰਹੀ ਹੈ। ਲੇਕਿਨ ਉਸ ਦੇ ਪਿੱਛੇ ਕਾਰਨ ਕੀ ਰਿਹਾ ਤੇ ਕੀ ਉਹਨਾਂ ਦੇ ਜਿਹੜੇ ਖਰਚੇ ਸੀਗੇ ਉਸ ਟਾਈਮ ਦੇ ਉੱਤੇ, ਜਾਂ ਕਹਿ ਲਈਏ ਕਿ ਅੱਜ ਦੇ ਜਿਹੜੇ ਖਰਚੇ ਨੇ, ਚਾਹੇ ਉਹ ਲੇਬਰ ਦੇ ਹੋਣ, ਮਸ਼ੀਨਾਂ ਦੇ ਹੋਣ, ਮੇਨਟੇਨੈਂਸ ਦੇ ਹੋਣ, ਜੋ ਵੀ ਖਰਚੇ, ਸਾਰਾ ਕੁਝ ਅੱਜ ਅਸੀਂ ਡਿਸਕਸ ਕਰਦੇ ਹਾਂ। ਸਰ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਰ ਪਹਿਲਾਂ ਤਾਂ ਇਹ ਦੱਸੋ ਕਿ ਬੰਦ ਦੇ ਦੌਰਾਨ ਇੰਡਸਟਰੀ ਨੂੰ ਕਿੰਨਾ ਕੁ ਨੁਕਸਾਨ ਝੱਲਣਾ ਪਿਆ ਤੇ ਕਿੱਦਾਂ ਨੁਕਸਾਨ ਸੀਗਾ ਜਿਹਨੂੰ ਫੇਸ ਕਰਨਾ ਪਿਆ? ਬੰਦ ਦੇ ਦੌਰਾਨ ਜੀ ਜਿਹੜਾ ਨੁਕਸਾਨ ਇੰਡਸਟਰੀ ਦਾ ਹੋਇਆ ਉਸ ਦਾ ਜਿਹੜਾ ਆਪਾਂ ਅੰਦਾਜ਼ਾ ਲਗਾਉਣਾ ਥੋੜਾ ਮੁਸ਼ਕਲ ਹੈ, ਲੇਕਿਨ ਇਹ ਹੈ ਕਿ 2 ਮਹੀਨਿਆਂ ਦੇ ਵਿੱਚ ਜਿਹੜੇ ਵਰਕਰ ਨੂੰ ਵੀ ਆਪਾਂ ਸੰਭਾਲਿਆ ਜਾਂ ਉਹਨਾਂ ਦੇ ਜੋ ਵੀ ਪੇ ਵਗੈਰਾ ਵੀ ਜਿੰਨੀ ਬਣਦੀ ਸੀ ਉਹ ਦਿੱਤੀ ਗਈ, ਤੇ ਉਸ ਤੋਂ ਬਾਅਦ ਜਦੋਂ ਟ੍ਰੇਨ ਵਗੈਰਾ ਖੁੱਲ੍ਹੀਆਂ ਤੇ ਲੇਬਰ ਦੀ ਵੀ ਸ਼ਾਰਟੇਜ ਆ ਗਈ, ਲੇਬਰ ਆਪਣੇ ਸਟੇਟਾਂ ਵਿੱਚ ਵਾਪਸ ਚਲੀ ਗਈ। ਤੇ ਲੇਕਿਨ ਉਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਹੁਣ ਇੰਡਸਟਰੀ ਬੰਦ ਰਹੀ 2 ਮਹੀਨੇ, ਉਹਦੇ ਵਿੱਚ ਵੱਡੀ ਪ੍ਰੋਬਲਮ ਇਹ ਆਈ ਜਿਹੜੀ ਕਿ ਇੰਡਸਟਰੀਜ਼ ਨੂੰ ਇਹ ਫੇਸ ਕਰਨੀ ਪਈ। ਜਿਸ ਤਰ੍ਹਾਂ ਹੁਣ ਕਈ ਮਸ਼ੀਨਾਂ ਸੀਗੀਆਂ ਉਹ ਖੜੀਆਂ ਹੀ ਮਸ਼ੀਨਾਂ ਖਰਾਬ ਹੋ ਗਈਆਂ। ਜਿਸ ਤਰ੍ਹਾਂ ਹੁਣ CNC ਮਸ਼ੀਨਾਂ ਸੀਗੀਆਂ, ਬੈਰਿੰਗ ਉੱਡ ਗਏ, ਉਹਨਾਂ ਦੇ ਜਾਮ ਹੋ ਗਏ, ਰਿਪੇਅਰਿੰਗ ਉਹਨਾਂ ਦੀ 50,000 60,000 ਰੁਪਈਆ ਉਹਨਾਂ ਦੀ ਪੈ ਗਈ। ਉਹ ਜਿਸ ਤਰ੍ਹਾਂ 2-2 3-3 ਯੂਨਿਟ ਸੀਗੇ ਉਹਨਾਂ ਦੇ ਉੱਤੇ
ਆਪਣਾ ਇੱਕ ਹੀ ਯੂਨਿਟ ਨੂੰ ਲੱਖ ਲੱਖ ਰੁਪਈਆ 1.5 ਲੱਖ ਰੁਪਈਆ ਖਰਚਾ ਉਹਦਾ ਪੈ ਗਿਆ, ਜਿਹੜਾ ਕਿ ਇੱਕ ਹਿਡਨ ਖਰਚਾ ਸੀਗਾ ਜਿਹੜਾ। ਤੇ ਉਸ ਤੋਂ ਇਲਾਵਾ ਹੁਣ ਜਿਹੜੀਆਂ ਪੇਮੈਂਟਸ ਲੈਣ ਵਾਲੀਆਂ ਸੀਗੀਆਂ ਉਸ ਦੌਰਾਨ ਜਿੰਨੇ ਵੀ ਡਿਊ ਸੀ ਲੋਕਾਂ ਨੇ ਕੋਲ ਪੇਮੈਂਟਾਂ ਲੈਣ ਵਾਲੀਆਂ, ਉਹ ਵੀ ਸਾਰੀਆਂ ਇੱਕ ਕਿਸਮ ਦੀਆਂ ਬਲਾਕ ਹੋ ਗਈਆਂ ਨੇ। ਹੁਣ ਦੇਖੋ ਇੰਨਾ ਤਾਂ ਚਲੋ ਸ਼ੁਕਰ ਹੈ ਕਿ ਸਰਕਾਰ ਨੇ ਥੋੜ੍ਹਾ ਸਮਾਂ ਦਿੱਤਾ ਹੈ ਕੰਮ ਕਰਨ ਵਾਸਤੇ, ਲੇਕਿਨ ਅੱਗੇ ਦੇਖੋ ਇਹ ਜਿਹੜੀ ਗੱਡੀ ਹੈ ਕਦੋਂ ਲਾਈਨ 'ਤੇ ਹੁੰਦੀ ਹੈ ਇਹ ਦੇਖਣਾ ਪਏਗਾ। ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ ਜਿਹੜਾ ਕਾਰੋਬਾਰ ਆ ਤੁਸੀਂ ਬਣਾਉਂਦੇ ਕੀ ਹੋ, ਕਿਹੜੀਆਂ ਮਸ਼ੀਨਾਂ ਤੁਹਾਡੇ ਕੰਮ ਦੇ ਵਿੱਚ ਆਉਂਦੀਆਂ ਨੇ, ਕੀ ਬਣਦਾ ਤੁਹਾਡੇ ਕੋਲ? ਅਸੀਂ ਗੇਅਰ ਕਪਲਿੰਗ ਜਾਂ ਮਿਲ ਪਾਰਟਸ ਬਣਾਉਂਦੇ ਆ, ਜਿਹੜੀਆਂ ਕਿ ਮਿੱਲਾਂ ਦੇ ਵਿੱਚ ਓਵਰਹੈਡ ਕ੍ਰੇਨਸ ਹੁੰਦੀਆਂ ਨੇ, ਉਹਨਾਂ ਦੇ ਪਾਰਟਸ ਹੁੰਦੇ ਨੇ ਜਿਹੜੇ। ਸਾਡੇ ਕੋਲ CNC ਮਸ਼ੀਨਾਂ, ਟਰਨਿੰਗ ਮਸ਼ੀਨਾਂ, ਸਾਰੀਆਂ ਹੀ ਕੰਪਿਊਟਰਾਈਜ਼ ਮਸ਼ੀਨਾਂ ਸਾਡੇ ਕੋਲ ਲੱਗੀਆਂ ਹੋਈਆਂ ਨੇ। ਤੇ ਉਸ ਦੌਰਾਨ ਜਿਹੜੇ ਵੀ ਹੁਣ ਬਿਜਲੀ ਦੇ ਬਿੱਲ ਵੀ ਸੀਗੇ, ਸਰਕਾਰ ਨੇ ਬਿਜਲੀ ਦੇ ਬਿੱਲਾਂ ਬਾਰੇ ਵੀ ਕੋਈ ਰਿਲੀਫ ਇੰਡਸਟਰੀਜ਼ ਨੂੰ ਨਹੀਂ ਦਿੱਤੀ, ਜਦ ਕਿ ਇਹ 2 ਮਹੀਨਿਆਂ ਦੇ ਦੌਰਾਨ ਘੱਟੋ ਘੱਟ ਬਿਜਲੀ ਦੇ ਬਿੱਲ ਜਿਹੜੇ ਸੀਗੇ ਇਹ ਮਾफ़ ਕਰਨੇ ਚਾਹੀਦੇ ਸੀ ਇੰਡਸਟਰੀ ਨੂੰ। ਪਲੱਸ ਇਸ ਤੋਂ ਇਲਾਵਾ ਜਿਹੜੇ ਬੈਂਕਾਂ ਦੀਆਂ ਕਿਸ਼ਤਾਂ ਵੀ ਸੀਗੀਆਂ ਉਹ ਵੀ ਰੂਟੀਨ ਦੇ ਵਿੱਚ ਖਾਤਿਆਂ 'ਚੋਂ ਕੱਟੀਆਂ ਜਾ ਰਹੀਆਂ ਨੇ, ਅਤੇ ਕਿਸੇ ਨੂੰ ਵੀ ਕੋਈ ਇੰਟਰਸਟ ਵੱਲੋਂ ਕੋਈ ਮਤਲਬ ਰਿਲੀਫ ਨਹੀਂ ਦਿੱਤੀ ਜਾ ਰਹੀ, ਜਦ ਕਿ ਇੱਕ ਜਿਹੜਾ ਪੈਕੇਜ ਦਾ ਐਲਾਨ ਕੀਤਾ ਸੀਗਾ ਮੋਦੀ ਸਰਕਾਰ ਨੇ, ਅਤੇ ਇੰਡਸਟਰੀਜ਼ ਨੂੰ ਇੱਕ ਬਹੁਤ ਵੱਡੀ ਆਸ ਸੀ ਕਿ ਸ਼ਾਇਦ ਸਾਡੀ ਕੋਈ ਬਹੁਤ ਵੱਡੀ ਹੈਲਪ ਹੋਊਗੀ, ਪਰ ਉਹ ਵੀ ਇੱਕ ਖਾਲੀ ਲਿਫਾਫਾ ਹੀ ਅਜੇ ਤੱਕ ਨਿਕਲਿਆ ਹੈ। ਉਸ ਦਾ ਕੋਈ ਵੀ ਸਾਨੂੰ ਕੋਈ ਬੈਨੀਫਿਟ ਹੁੰਦਾ ਦਿਸਦਾ ਨਜ਼ਰ ਨਹੀਂ ਆ ਰਿਹਾ। ਸਰ ਇੱਕ ਵੱਡੀ ਇੰਡਸਟਰੀ ਜਿਹੜੀਆਂ ਹੈਗੀਆਂ ਨੇ ਚਲੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਇੱਕ ਛੋਟਾ ਜਿਹੜਾ MSME ਦੇ ਅੰਡਰ ਆਉਂਦੀਆਂ ਜਿਹੜੀਆਂ ਕਾਰੋਬਾਰ ਨੇ, ਜਿਹੜੀਆਂ ਛੋਟੀਆਂ ਫੈਕਟਰੀਆਂ ਨੇ ਹੈਗੀਆਂ ਨੇ, ਇੱਕ ਪਾਸੇ ਤਾਂ 2 ਮਹੀਨੇ ਪਹਿਲਾਂ ਹੀ ਕੰਮਕਾਰ ਜਿਹੜੇ ਬੰਦ ਰਹੇ ਆ, ਅਤੇ ਬੇਸ਼ੱਕ ਕੰਮਕਾਰ ਹੁਣ ਚੱਲੇ ਜ਼ਰੂਰ ਨੇ, ਲੇਕਿਨ ਗੱਲ ਉਹੀ ਕਿ ਬਿਜਲੀ ਦੇ ਬਿੱਲ ਹੋ ਗਏ, ਇੰਸਟਾਲਮੈਂਟਸ ਹੋ ਗਈਆਂ, ਬੈਂਕਾਂ ਦੀਆਂ ਹੋ ਗਈਆਂ, ਲੇਬਰ ਦੇ ਖਰਚੇ ਹੋ ਗਏ, ਅਤੇ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਸਮਾਂ ਲੱਗੇਗਾ ਇਸ ਛੋਟੀ ਇੰਡਸਟਰੀ ਨੂੰ ਆਪਣੇ ਪੱਬਾਂ ਭਾਰ 'ਤੇ ਹੋਣ ਲਈ? ਦੇਖੋ ਜਿੰਨਾ ਇਹ ਡਾਊਨਫਾਲ ਚਲੇ ਗਿਆ ਇੰਡਸਟਰੀ ਦਾ, ਮੇਰਾ ਖਿਆਲ ਘੱਟੋ ਘੱਟ 6 ਤੋਂ 8 ਮਹੀਨੇ ਤੋਂ ਪਹਿਲਾਂ ਇੰਡਸਟਰੀ ਆਪਣੇ ਪੈਰਾਂ 'ਤੇ ਨਹੀਂ ਆਉਂਦੀ, ਕਿਉਂਕਿ ਸਾਰੀ ਰੂਟੀਨ ਹੀ ਹਿੱਲ ਗਈ ਹੈ। ਤੁਸੀਂ ਆਪ ਹੀ ਸਿਆਣੇ ਹੋ ਕਿ ਇੱਕ ਬੱਚਾ ਵੀ ਅਗਰ ਸਕੂਲ 'ਚ ਪੜ੍ਹਨ ਜਾਂਦਾ, ਜੇ ਇੱਕ ਹਫ਼ਤਾ ਉਹ ਸਕੂਲ 'ਚ ਰੈਗੂਲਰ ਨਾ ਜਾਵੇ ਤੇ ਉਹਦਾ ਜਿੰਨਾ ਵੀ ਹੋਮਵਰਕ ਹੈ ਉਹ ਪਿੱਛੇ ਪੈ ਜਾਂਦਾ। ਤੇ ਇਹ ਤਾਂ ਇੰਡਸਟਰੀ ਦੇ ਵਿੱਚ ਦੇਖੋ ਇਕੱਲੇ ਇੱਕ ਸਾਡਾ ਇੰਡਸਟਰੀਲਿਸਟ ਦਾ ਪਰਿਵਾਰ ਹੀ ਨਹੀਂ ਜੁੜਿਆ ਹੁੰਦਾ, ਹੋਰ ਘੱਟੋ ਘੱਟ 10-20 ਪਰਿਵਾਰ ਹੋਰ ਜੁੜੇ ਹੁੰਦੇ ਨੇ, ਉਹਨਾਂ ਦੇ ਨਾਲ ਅੱਗੇ ਹੋਰ ਚੇਨ ਬਣੀ ਹੁੰਦੀ ਹੈ, ਉਹ ਸਾਰਿਆਂ ਦੇ ਉੱਤੇ ਹੀ ਇਫੈਕਟ ਹੋਇਆ ਹੈ। ਤੇ ਇਸ ਨੂੰ ਸੰਭਲਦਿਆਂ ਹੋਇਆ ਮੈਂ ਸਮਝਦਾ ਕਿ ਘੱਟੋ ਘੱਟ 8-10 ਮਹੀਨੇ ਤਾਂ ਮਾਮੂਲੀ ਗੱਲ ਹੈ ਕਿ ਲੱਗਣਗੇ ਇਹਨਾਂ ਨੂੰ। ਸਰ ਇੱਕ ਪਾਸੇ ਤਾਂ ਬੰਦ ਦੇ ਦੌਰਾਨ ਜਿਵੇਂ ਦੱਸਿਆ ਕਿ ਬਹੁਤ ਵੱਡਾ ਨੁਕਸਾਨ ਹੋਇਆ, ਅਤੇ ਇੱਕ ਪਾਸੇ ਸਰਕਾਰ ਦੀਆਂ ਹਦਾਇਤਾਂ ਵੀ ਸੀਗੀਆਂ ਕਿ ਆਪਣੀ ਜਿਹੜੀ ਲੇਬਰ ਆ ਉਹਨੂੰ 25-30% ਜਿਹੜੀ ਸੈਲਰੀ ਦੇਣੀ ਹੈ। ਇੱਕ ਪਾਸੇ ਤੁਹਾਨੂੰ ਕੋਈ ਇਨਕਮ ਨਹੀਂ, ਕੰਮਕਾਰ ਬੰਦ ਨੇ, ਤੁਹਾਡੇ ਖਰਚੇ ਵੀ ਨੇ, ਰੈਗੂਲਰ ਖਰਚੇ ਨੇ, ਬੈਂਕਾਂ ਨੇ ਤੁਹਾਨੂੰ ਘੇਰਿਆ ਹੋਇਆ, ਹੋਰ ਵੀ ਕਈ ਖਰਚੇ ਨੇ, ਲੇਕਿਨ ਉਸ ਤੋਂ ਬਾਅਦ ਬੰਦ ਪਏ ਕੰਮ ਦੇ ਦੌਰਾਨ ਤੁਸੀਂ ਆਪਣੀ ਲੇਬਰ ਨੂੰ 25-30% ਜਿਹੜੀ ਸੈਲਰੀ ਆ ਤੁਸੀਂ ਦੇਣੀ ਸਰਕਾਰ ਨੇ ਮੁਹੱਈਆ ਕਰਵਾਈ ਸੀਗੀ, ਉਸ ਨੂੰ ਕਿਵੇਂ ਦੇਖਦੇ ਹੋ ਜੀ? ਖੈਰ ਉਹ ਤਾਂ ਇੰਡਸਟਰੀਸਟ ਨੇ ਮਜਬੂਰੀ ਸੀ ਆਪਣੇ, ਕਿਉਂਕਿ ਉਹਨੇ ਲੇਬਰ ਦੀ ਉਹਨੂੰ ਸਦਾ ਵਾਸਤੇ ਲੋੜ ਰਹਿੰਦੀ, ਇੱਕ ਦਿਨ ਦਾ ਤਾਂ ਸਾਡਾ ਸਾਥ ਨਹੀਂ ਹੈਗਾ, ਸਾਰੀ ਉਮਰ ਅਸੀਂ ਕੰਮ ਲੈਣਾ ਹੁੰਦਾ। ਲੇਕਿਨ ਇਹ ਹੈ ਕਿ ਇੰਡਸਟਰੀਸਟ ਆਪਣੇ ਇੰਡਸਟਰੀ ਦੇ ਵਿੱਚੋਂ ਇੱਕ ਬਹੁਤ ਵੱਡਾ ਹਿੱਸਾ GST ਦੇ ਰੂਪ 'ਚ ਸਰਕਾਰ ਨੂੰ ਟੈਕਸ ਦੇ ਰੂਪ 'ਚ ਦਿੰਦਾ ਆ। ਇਹ 2 ਮਹੀਨੇ ਦਾ ਜਿਹੜੇ ਤਨਖਾਹਾਂ ਦਾ ਜਿਹੜਾ ਖਰਚਾ ਇੰਡਸਟਰੀਜ਼ ਨੂੰ ਪਿਆ, ਇਹ ਸਰਕਾਰ ਨੂੰ ਆਪ ਪੇ ਕਰਨਾ ਚਾਹੀਦਾ ਸੀ ਵਰਕਰਸ ਨੂੰ, ਤਾਂ ਕਿ ਇੰਡਸਟਰੀਜ਼ ਦੇ ਉੱਤੇ ਬੋਝ ਨਾ ਪਵੇ ਅਤੇ ਕਿਸੇ ਪਾਸਿਓਂ ਰਿਲੀਫ ਕੁਝ ਥੋੜ੍ਹੀ ਬਹੁਤੀ ਮਿਲ ਸਕੇ। ਲੇਕਿਨ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੰਡਸਟਰੀਜ਼ ਨੂੰ ਕਿਸੇ ਪਾਸਿਓਂ ਵੀ ਕੋਈ ਰਿਲੀਫ ਨਹੀਂ ਮਿਲੀ। ਸਰ ਤੁਸੀਂ ਗੱਲ ਕੀਤੀ ਬਿਜਲੀ ਦੇ ਬਿੱਲਾਂ ਦੀ, ਬਿਜਲੀ ਦੇ ਬਿੱਲ ਜੇ ਮੈਂ ਇੰਡਸਟਰੀ ਦੀ ਗੱਲ ਨਾ ਕਰਾਂ, ਆਮ ਲੋਕਾਂ ਦੀ ਵੀ ਗੱਲ ਕਰਾਂ, ਹਰੇਕ ਦੇ ਘਰਾਂ ਦੇ ਵਿੱਚ ਹੁਣ ਇਸ ਟਾਈਮ ਬਿਜਲੀ ਦੇ ਬਿੱਲ ਜਿਹੜੇ ਆ ਰਹੇ ਨੇ, ਕਿਸੇ ਦਾ 5000 ਹੈ, ਕਿਸੇ ਦਾ 10,000 ਹੈ, ਕਿਸੇ ਦਾ 24,000 ਹੈ, ਕਿਸੇ ਦਾ 25,000 ਹੈ, ਇਸ ਤਰ੍ਹਾਂ ਬਿੱਲ ਜਿਹੜੇ ਰੈਗੂਲਰ ਆ ਰਹੇ ਨੇ। ਇੱਕ ਪਾਸੇ ਸਰਕਾਰ ਨੇ ਕਿਹਾ ਸੀਗਾ ਕਿ ਬਿਜਲੀ ਦੇ ਬਿੱਲ ਆ ਜਿਹੜੇ 2 ਮਹੀਨੇ ਨਹੀਂ ਦੇਣੇ ਪੈਣਗੇ, ਅਤੇ ਲੋਕਡਾਊਨ ਖੁੱਲ੍ਹਣ ਦੀ ਦੇਰ ਹੈ, ਕਰਫਿਊ ਖੁੱਲ੍ਹਣ ਦੀ ਦੇਰ ਹੈ, ਧੜ ਬਿੱਲ ਆਉਣੇ ਸ਼ੁਰੂ ਹੋ ਗਏ, ਕਿਵੇਂ ਦੇਖਦੇ? ਹਾਂਜੀ, ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੇ ਆਪਣੇ ਸਿਟੀਜ਼ਨਸ ਵਾਸਤੇ ਬਹੁਤ ਵੱਡੇ ਕੰਮ ਕੀਤੇ, ਉਹਨਾਂ ਨੇ ਕਾਫੀ ਰਿਲੀਫ ਦਿੱਤੀਆਂ ਨੇ। ਇੱਕ ਬਿਜਲੀ ਦੇ ਬਿੱਲਾਂ ਦੀ ਕੋਈ ਆਪਣੀ ਸਰਕਾਰ ਵਾਸਤੇ ਕੋਈ ਬਹੁਤ ਵੱਡੀ ਗੱਲ ਨਹੀਂ ਸੀ, ਇਹ ਤਾਂ ਰਿਲੀਫ ਦੇਣ ਦੀ ਬਜਾਏ ਇਹਨਾਂ ਨੇ ਮਤਲਬ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਸਾਰੇ ਬਿੱਲ ਜੋੜ ਕੇ ਦੁਬਾਰਾ ਸਭ ਨੂੰ ਭੇਜਦੇ ਨੇ, ਚਾਹੇ ਉਹ ਡੋਮੈਸਟਿਕ ਨੇ, ਚਾਹੇ ਉਹ ਇੰਡਸਟਰੀਜ਼ ਨੇ, ਸਭ ਨੂੰ ਭੇਜੇ ਨੇ ਉਹਨਾਂ ਨੇ, ਜਦ ਕਿ ਇਹ ਮਾफ़ ਹੋਣੇ ਚਾਹੀਦੇ ਸੀਗੇ, ਕਿਉਂਕਿ ਕੰਮਕਾਰ ਨਾ ਹੋਣ ਕਰਕੇ ਦੋਹਰੀ ਮਾਰ ਪਈ ਹੈ ਇੰਡਸਟਰੀਜ਼ ਦੇ ਉੱਤੇ। ਹਾਂ, ਜਿਹੜੇ ਆਮ ਲੋਕ ਨੇ, ਚਾਹੇ ਉਹ ਇੰਡਸਟਰੀ ਨਹੀਂ ਚਲਾਉਂਦੇ ਪਰ ਕੋਈ ਨਾ ਕੋਈ ਦੁਕਾਨ ਚਲਾਉਂਦੇ ਨੇ ਜਾਂ ਕਿਤੇ ਨੌਕਰੀ ਕਰਦੇ ਨੇ, ਰਿਲੀਫ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਸੀਗੀ। ਸਰ ਤੁਸੀਂ ਲੇਬਰ ਦੀ ਗੱਲ ਕੀਤੀ ਹੈ, ਲੇਬਰ ਦੀ ਗੱਲ ਜੇ ਮੈਂ ਕਰਾਂ ਕਿ ਲੋਕਡਾਊਨ ਦੇ ਦੌਰਾਨ, ਕਰਫਿਊ ਦੇ ਦੌਰਾਨ ਕਾਫੀ ਲੇਬਰ ਤਬਕਾ ਜਿਹੜਾ ਪਲਾਨ ਕਰ ਚੁੱਕੇ, ਆਪਣੇ ਪਿੰਡਾਂ ਨੂੰ ਜਾ ਚੁੱਕੇ ਸੀਗੇ। ਇੱਕ ਫੈਕਟਰੀ ਇੱਕ ਇਹੋ ਜਿਹਾ ਕੰਮ ਆ ਕਿ ਜਿਸ ਦੇ ਵਿੱਚ ਇੱਕ
ਥੋੜੀ ਦੇਰ ਲਗਾ ਕੇ ਪਹਿਲੋਂ ਮਜ਼ਦੂਰ ਨੂੰ ਸਿੱਖਣਾ ਪੈਂਦਾ ਹੈ ਕਿ ਕੰਮ ਕੀ ਕਰਨਾ। ਉਹ ਜਦੋਂ ਟ੍ਰੇਨਡ ਹੋ ਜਾਂਦਾ ਫਿਰ ਅਸਲ ਸੈਲਰੀ ਜਿਹੜੀ ਤੁਸੀਂ ਵੀ ਇਹਨੂੰ ਮੁਹੱਈਆ ਕਰਵਾਉਂਦੇ ਹੋ, ਇੱਕ ਉਹਨੂੰ ਇੱਕ ਮਾਹਿਰ ਹੋ ਜਾਂਦਾ ਕੰਮ ਦਾ। ਉਹ ਲਾਕਡਾਊਨ ਖੁੱਲ੍ਹਣ ਤੋਂ ਬਾਅਦ, ਕਰਫਿਊ ਖੁੱਲ੍ਹਣ ਤੋਂ ਬਾਅਦ ਤੁਹਾਨੂੰ ਲੇਬਰ ਦਾ ਕਿਸ ਤਰ੍ਹਾਂ ਸਾਹਮਣਾ ਕਰਨਾ ਪਿਆ, ਕਿਉਂਕਿ ਤੁਹਾਡੇ ਕੋਲੇ ਅਨਟ੍ਰੇਨਡ ਬੰਦੇ ਆਉਣੇ ਸ਼ੁਰੂ ਹੋਏ ਸੀਗੇ ਜਾਂ ਉਹੀ ਜਿਹੜੀ ਲੇਬਰ ਤੁਹਾਡੇ ਕੋਲੇ ਵਾਪਸ ਆ ਗਈ? ਨਹੀਂ, ਸਾਡੇ ਕੋਲ ਸਮਝ ਲਓ ਕਿ 15-20% ਜਿਹੜੀ ਪੁਰਾਣੀ ਲੇਬਰ ਸੀ, ਬਾਕੀ ਨਵੀਂ ਲੇਬਰ ਵੀ ਜਿਹੜੀ ਆ ਰਹੀ ਹੈ ਉਹ ਵੀ ਫੈਕਟਰੀਆਂ 'ਚ ਕੰਮ ਕਰਨ ਵਾਲੇ ਬੰਦੇ ਘੱਟ ਨੇ, ਜਿਹੜੇ ਵਿਚਾਰੇ ਕਈਆਂ ਦਾ ਜਿਸ ਤਰ੍ਹਾਂ ਹੁਣ ਕੋਈ ਫੋਟੋਗ੍ਰਾਫੀ ਦਾ ਕੰਮ ਕਰਦਾ ਸੀਗਾ ਜਾਂ ਕਿਸੇ ਪੈਲਸਾਂ ਵਿੱਚ ਕੰਮ ਕਰਦੇ ਸੀਗੇ ਜਾਂ ਕੋਈ ਹੋਰ ਟ੍ਰੇਡ ਵਿੱਚ ਜੁੜੇ ਹੋਏ ਸੀਗੇ, ਜਿਹੜੇ ਕਿ ਇਸ ਟਾਈਮ ਠੱਪ ਪਏ ਨੇ, ਜਿੱਥੇ ਕਿ ਕਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਥੇ ਜ਼ਿਆਦਾ ਇਕੱਠ ਨਹੀਂ ਕਰ ਸਕਦੇ, ਉਹ ਕੰਮ ਸਾਰੇ ਠੱਪ ਪਏ ਨੇ, ਤੁਸੀਂ ਜਾਣਦੇ ਹੀ ਹੋ। ਉਧਰੋਂ ਜਿੰਨਾ ਵੀ ਲੇਬਰ ਜਿਹੜੀ ਵਿਹਲੀ ਹੋਈ ਹੈ, ਅਕਸਰ ਰੋਟੀ ਉਹਨਾਂ ਨੇ ਵੀ ਖਾਣੀ ਹੈ, ਬੰਦੇ ਉਹ ਆ ਰਹੇ ਨੇ, ਪਰ ਉਹਨਾਂ ਨੂੰ ਟ੍ਰੇਨ ਕਰਦਿਆਂ ਸਾਨੂੰ ਸਮਾਂ ਲੱਗੇਗਾ। ਤੇ ਇਹ ਤਾਂ ਖੈਰ ਲਾਸ ਹੋਇਆ ਹੀ ਹੋਇਆ ਹੈ, ਜਿਹੜੇ ਟ੍ਰੇਨਡ ਵਰਕਰ ਚਲੇ ਗਏ ਨੇ ਤੇ ਦੂਸਰਿਆਂ ਨੂੰ ਸਾਨੂੰ ਦੁਬਾਰਾ ਟ੍ਰੇਨ ਕਰਨਾ ਪੈ ਰਿਹਾ ਹੈ। ਕਾਫੀ ਮਜ਼ਦੂਰ ਤਬਕਾ ਇੱਥੋਂ ਜਾ ਚੁੱਕਿਆ ਹੈ, ਇੰਡਸਟਰੀ ਹੈ ਜਿਹੜੀ ਹਾਲਾਤ ਕਾਫੀ ਵਿਗੜ ਚੁੱਕੇ ਨੇ। ਦੁਬਾਰਾ ਇੱਕ ਤਾਂ 2 ਮਹੀਨੇ ਦਾ ਸਮਾਂ ਉਹ ਹੋ ਗਿਆ ਜਦੋਂ ਲਾਕਡਾਊਨ ਰਿਹਾ, ਕਰਫਿਊ ਰਿਹਾ, ਕੰਮ ਕਰ ਬੰਦ ਰਹੇ। ਦੁਬਾਰਾ ਤੁਹਾਨੂੰ ਲੱਗਦਾ ਕਿ ਜਿਹੜੀ ਇੰਡਸਟਰੀ ਹੈ 6 ਮਹੀਨੇ, ਸਾਲ ਜਾਂ 1.5 ਸਾਲ ਕਦੋਂ ਤੱਕ ਆ ਜਿਹੜੀ ਇੱਕ ਲੈਵਲ ਤੇ ਪਹੁੰਚ ਸਕਦੀ ਹੈ ਅੱਗੇ ਵਾਂਗ? ਦੇਖੋ, ਅਸੀਂ ਤਾਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਵੀ ਸਾਰਿਆਂ ਦੇ ਕੰਮ ਕਾਰ ਚੱਲਣ, ਕਿਉਂਕਿ ਜਿਹੜਾ ਲਾਸ ਇੱਕਦਮ ਹੀ ਹੋਇਆ ਹੈ ਇਹ ਕਿਸੇ ਦੇ ਵੀ ਯਾਦ ਚਿੱਤ ਵਿੱਚ ਨਹੀਂ ਸੀਗਾ। ਇੱਕਦਮ ਜਿਹੜਾ ਬਹੁਤ ਵੱਡਾ ਝਟਕਾ ਇੰਡਸਟਰੀ ਨੂੰ ਲੱਗਿਆ ਹੈ, ਇਹਨੂੰ ਸੰਭਲਣ ਵਾਸਤੇ ਸਾਲ 1.5 ਸਾਲ ਤਾਂ ਮਾਮੂਲੀ ਗੱਲ ਲੱਗੇਗਾ ਜੀ ਇਹਨਾਂ। ਸਰ, ਜੇ ਮੈਂ ਸਰਕਾਰਾਂ ਦੀ ਗੱਲ ਕਰਾਂ, ਸਰਕਾਰਾਂ ਨੇ ਕਰਫਿਊ ਦੇ ਦੌਰਾਨ ਵੀ 20,000 ਕਰੋੜ ਰੁਪਏ ਦਾ ਪੈਕੇਜ ਆ ਜਿਹੜਾ ਸੈਂਟਰ ਤੋਂ ਲਿਆ ਹੈ ਨਾ ਜੀ, ਤੇ ਉਸ ਤੋਂ ਬਾਅਦ ਵੱਡੇ ਵੱਡੇ ਦਾਅਵੇ ਕੀਤੇ ਇੱਕ ਮਦਦ ਦੇ, ਹੈਲਪ ਦੇ ਆਮ ਲੋਕਾਂ ਦੇ, ਲੇਕਿਨ ਬਿੱਲ ਮਾਫ ਦੀ ਗੱਲ ਹੋਈ। ਸੈਂਟਰ ਗੌਰਮੈਂਟ ਨੇ ਬੈਂਕਾਂ ਨੂੰ ਵੀ ਕਿਹਾ ਕਿ ਜਿਹੜੀਆਂ EMI ਨੇ, ਕਿਸ਼ਤਾਂ ਨੇ ਆਮ ਲੋਕਾਂ ਤੋਂ ਲੈ ਕੇ ਕਿਸੇ ਦੀ ਵੀ ਹੋ ਗਈਆਂ, ਤੇ ਉਹ ਜਿਹੜੀਆਂ ਹੈਗੀਆਂ 3 ਮਹੀਨੇ ਵਾਸਤੇ ਉਹ ਰੋਕ ਲਈਆਂ ਜਾਣ, ਨਾ ਲਈਆਂ ਜਾਣ। ਲੇਕਿਨ ਧੜ ਕਰਫਿਊ ਦੇ ਵਿੱਚ ਵੀ ਜਿਹੜੀਆਂ EMIs ਲੱਗਦੀਆਂ ਰਹੀਆਂ, ਕਿਸ਼ਤਾਂ ਕੱਟਦੀਆਂ ਰਹੀਆਂ, ਬਿਜਲੀ ਦੇ ਬਿੱਲ ਵੀ ਹੁਣ ਧੜ ਆਉਣੇ ਸ਼ੁਰੂ ਹੋ ਗਏ। 20,000 ਕਰੋੜ ਦਾ ਪੈਕੇਜ ਸਰਕਾਰ ਨੇ ਲਿਆ, ਉਹ ਕਿਸ ਖਾਤੇ ਗਿਆ, ਕਿੱਧਰ ਲੱਗਿਆ, ਉਹ ਕਿਵੇਂ ਦੇਖਦੇ ਹੋ? ਦੇਖੋ, ਸਰਕਾਰ ਵੱਲੋਂ ਹੈਲਪ ਦੀ ਜਿਹੜੀ ਗੱਲ ਆ ਉਹ ਤਾਂ ਇੱਕ ਛੋਟੀ ਜਿਹੀ ਤੁਹਾਨੂੰ ਮੈਂ ਮਿਸਾਲ ਦਿੰਦਾ ਕਿ ਕਾਰਪੋਰੇਸ਼ਨ ਵੱਲੋਂ ਇੱਕ ਮੋਟਰ ਲਾਇਸੈਂਸ ਹੁੰਦਾ ਹੈ ਜਿਹੜਾ ਫੈਕਟਰੀ ਵਾਸਤੇ ਹੁੰਦਾ, ਉਹਦੀ ਮੰਨ ਲਓ ਕਿ ਇੱਕ ਜਿਸ ਤਰ੍ਹਾਂ ਮਿਨੀਮਮ ਫੀਸ ਕੋਈ 135 ਰੁਪਏ ਜਿਸ ਤਰ੍ਹਾਂ ਸਾਲਾਨਾ ਹੁੰਦੀ ਸੀਗੀ, ਉਹ 31 ਮਾਰਚ ਤੋਂ ਪਹਿਲਾਂ ਆਪਾਂ ਜੇ ਅਸੀਂ ਉਹਨੂੰ ਰੀਨਿਊ ਕਰਵਾ ਲੈਂਦੇ ਹਾਂ ਤਾਂ ਸਾਨੂੰ 10% ਉਹਦੇ 'ਚ ਛੋਟ ਦਿੰਦੇ ਸੀ। ਅੱਜ ਇੱਕ ਉਦਾਹਰਨ ਦੇ ਤੌਰ 'ਤੇ ਤੁਹਾਨੂੰ ਦੱਸ ਰਿਹਾ ਮੈਂ। ਲੇਕਿਨ ਜਦੋਂ 22 ਮਾਰਚ ਤੋਂ ਲੈ ਕੇ ਲਾਕਡਾਊਨ ਹੋ ਗਿਆ, ਕਾਰਪੋਰੇਸ਼ਨ ਬੰਦ ਆ, ਸਾਰੇ ਪਾਸਿਓਂ ਬੰਦ ਆ, ਹੁਣ ਉਹ ਜਿਹੜੇ ਆਪਾਂ ਮੋਟਰ ਲਾਇਸੈਂਸ ਜਿਹੜੇ ਇੰਡਸਟਰੀਜ਼ ਦੁਬਾਰਾ ਬਣਵਾਉਣ ਜਾਂਦੇ ਨੇ, ਤੁਸੀਂ ਯਕੀਨ ਨਹੀਂ ਮੰਨਣਾ, 135 ਰੁਪਏ ਉਹਦੇ ਸਾਲਾਨਾ ਚਾਰਜਰ ਹੈ, 200 ਰੁਪਇਆ ਉਹਦੇ ਉੱਤੇ ਉਹ ਫਾਈਨ ਲਗਾ ਰਹੇ ਨੇ, ਜਿਹੜਾ ਕਿ ਬਿਲਕੁਲ ਹੀ ਨਜਾਇਜ਼ ਹੈ। ਇਹ ਸਰਾਸਰ ਧੱਕਾ ਹੈ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰਾਂ ਕਿਸੇ ਨੂੰ ਕੀ ਰਿਲੀਫ ਦੇ ਰਹੀਆਂ ਨੇ। ਅਤੇ ਦੂਸਰੀ ਗੱਲ, ਜਿਹੜਾ ਕੋਈ ਲੋਨ ਦੀਆਂ ਆਫਰਾਂ ਵੀ ਕੁਛ ਆਈਆਂ, ਕੁਛ ਲੋਕਾਂ ਨੂੰ ਸੁਣਨ 'ਚ ਆਈ ਬਈ ਉਹ ਕਹਿੰਦੇ ਨੇ ਵੀ ਜਿਸ ਤਰ੍ਹਾਂ 1 ਸਾਲ ਤੁਹਾਡੇ ਕੋਲੋਂ ਅਸੀਂ ਉਹਦੀ EMI ਨਹੀਂ ਲਵਾਂਗੇ ਅਤੇ 1 ਸਾਲ ਤੁਸੀਂ ਹਰ ਮਹੀਨਾ ਤੁਸੀਂ ਜਿਹੜਾ ਤੁਹਾਡਾ ਉਹਦਾ ਇੰਟਰਸਟ ਬਣਦਾ ਉਹ ਤੁਸੀਂ ਦਿਓ, ਅਤੇ ਬਾਕੀ ਦਾ ਜਿਹੜਾ ਲੋਨ ਆ ਉਸ ਤੋਂ ਬਾਅਦ 3 ਸਾਲਾਂ ਦੇ ਵਿੱਚ ਤੁਸੀਂ ਖ਼ਤਮ ਕਰਨਾ ਹੈ। ਲੇਕਿਨ ਉਹ ਵੀ ਇੰਡਸਟਰੀਜ਼ ਜਿਹੜਾ ਇਸ ਸ਼ਰਤ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਹੈ, ਜਦ ਕਿ ਇਹਨਾਂ ਨੂੰ ਚਾਹੀਦਾ ਸੀ ਕਿ ਉਹ 1 ਸਾਲ ਜਾਂ ਤਾਂ ਬਿਲਕੁਲ ਟੋਟਲ ਹੀ ਇੰਟਰਸਟ ਉਹਦਾ ਫ੍ਰੀ ਕਰ ਦੇ, ਬਾਕੀ ਦੀਆਂ ਕਿਸ਼ਤਾਂ ਜਿਹੜੀਆਂ ਅੱਗੇ ਦੇ 3 ਸਾਲ ਸੀ ਉਹਨਾਂ ਵਿੱਚ ਲੈ ਲੈਂਦੇ ਅਤੇ ਸ਼ਾਇਦ ਇੰਡਸਟਰੀਜ਼ ਨੂੰ ਕਾਫੀ ਉਸ 'ਚ ਰਾਹਤ ਮਿਲਦੀ ਸੀ। ਸਰ, ਅਖਬਾਰਾਂ ਦੀਆਂ ਸੁਰਖੀਆਂ ਅੱਜ ਕੱਲ੍ਹ ਰੋਜ਼ ਆਉਂਦੀਆਂ ਨੇ ਕਿ ਇੰਨੇ ਹਜ਼ਾਰ ਚਲਾਨ ਕਰਤੇ, ਕੈਸ਼ ਦੇ ਚਲਾਨ ਜਿਹੜੇ ਹੋ ਰਹੇ ਆ, ਮਾਸਕ ਨਹੀਂ ਬੰਨਿਆ ਚਲਾਨ ਹੈ, ਟ੍ਰਿਪਲ ਸਵਾਰੀ ਚਲਾਨ ਹੈ, ਡਬਲ ਸਵਾਰੀ ਚਲਾਨ ਹੈ। ਇੱਕ ਪਾਸੇ ਤਾਂ ਸਰਕਾਰ ਸੈਂਟਰ ਗੌਰਮੈਂਟ ਤੋਂ ਪੈਕੇਜ ਲੈ ਰਹੀ ਹੈ ਰਾਹਤ ਕੋਸ਼ ਦੇ ਵਿੱਚੋਂ, ਹੈ ਨਾ ਜੀ, ਦੂਸਰੇ ਪਾਸੇ ਧੜ ਚਲਾਨ ਕੱਟੇ ਜਾ ਰਹੇ ਆ ਇੱਕ ਸਰਕਾਰੀ ਖਜ਼ਾਨਾ ਭਰਨ ਦੇ ਲਈ, ਤੀਸਰੇ ਪਾਸੇ ਸ਼ਰਾਬ ਦੇ ਠੇਕੇ ਸ਼ਰੇਆਮ ਖੁੱਲ੍ਹੇ ਆ ਇੱਕ ਸਰਕਾਰੀ ਖਜ਼ਾਨਾ ਭਰਨ ਦੇ ਲਈ। ਕਿ ਸਰਕਾਰ ਕੋਲੇ ਬਚਿਆ ਹੀ ਕੁਛ ਨਹੀਂ, ਜਦ ਕਿ ਸੈਂਟਰ ਤੋਂ ਵੀ 20,000 ਕਰੋੜ ਰੁਪਏ ਦਾ ਉਹਨਾਂ ਨੇ ਪੈਕੇਜ ਲੈ ਲਿਆ ਰਾਹਤ ਕੋਸ਼ ਦੇ ਵਿੱਚੋਂ, ਅਤੇ ਉਲਟਾ ਜਿਹੜੇ ਚਲਾਨ ਧੜ ਹੋ ਰਹੇ ਨੇ, ਮਾਸਕ ਨਹੀਂ ਬੰਨਿਆ ਚਲਾਨ ਆ, ਉਹ ਇੱਕ ਸਰਕਾਰੀ ਖਜ਼ਾਨਾ ਭਰਨ ਦੇ ਜਿਹੜਾ ਫਿਰਾਕ ਦੇ ਵਿੱਚ ਲੱਗੇ ਹੋਏ ਨੇ। ਲੇਕਿਨ ਉਹ ਪੈਸਾ ਜਿਹੜਾ ਹੈਗਾ ਨਾ ਤਾਂ ਕਿਸੇ ਗਰੀਬ ਬੰਦੇ ਤੱਕ ਪਹੁੰਚਿਆ। ਠੀਕ ਹੈ, ਕਿਸੇ ਨਾ ਕਿਸੇ ਨੂੰ 500 ਰੁਪਏ ਜ਼ਰੂਰ ਆਏ ਨੇ, ਪਰ 500 ਰੁਪਏ ਦੇ ਵਿੱਚ ਘਰ ਨਹੀਂ ਚੱਲਦੇ। ਕਿਵੇਂ ਦੇਖਦੇ ਹੋ? 500 ਰੁਪਏ ਵਾਲਾ ਕੰਮ ਜਿਹੜਾ ਉਹ ਤਾਂ ਊਂਠ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਹੈ ਜੀ। ਚਲਾਨ ਜਿਹੜੇ ਹੋ ਰਹੇ ਨੇ ਇਹਨਾਂ ਬਾਰੇ ਜ਼ਰੂਰ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ, ਕਿਉਂਕਿ ਲੋਕ ਤਾਂ ਅੱਗੇ ਕੰਮਕਾਰ ਤੋਂ ਹੀ ਮਤਲਬ ਹਿਣੇ ਹੋਏ ਪਏ ਨੇ, ਕੰਮਕਾਰ ਅੱਗੇ ਹੀ ਨਹੀਂ ਹੈਗਾ ਅਤੇ ਚਲਾਨ ਭਰਨ ਦੀ ਸਮਰੱਥਾ ਉਹਨਾਂ ਨੂੰ ਨਹੀਂ। ਇਹਨਾਂ ਨੂੰ ਸਗੋਂ ਸਰਕਾਰ ਨੂੰ ਰਿਲੀਫ ਦੇਣੀ ਚਾਹੀਦੀ ਹੈ।
ਠੀਕ ਹੈ, ਤੁਸੀਂ ਕਰੋਨਾ ਦੇ ਕਰਕੇ ਜਿਹੜਾ ਸੋਸ਼ਲ ਡਿਸਟੈਂਸ ਆ ਉਹਦੀ ਪਾਲਣਾ ਜ਼ਰੂਰ ਹੋਵੇ, ਇਹ ਤਾਂ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ। ਪਰ ਘੱਟੋ ਘੱਟ ਸਰਕਾਰ ਨੂੰ ਵੀ ਕਿਸੇ ਪੱਖੋਂ ਕਿਸੇ ਪਾਸਿਓਂ ਜਿਹੜੇ ਆਪਣੇ ਨਾਗਰਿਕ ਹੈ ਉਹਨਾਂ ਨੂੰ ਕੁਝ ਸਹੂਲਤ ਜ਼ਰੂਰ ਦੇਣੀ ਚਾਹੀਦੀ ਹੈ, ਨਾ ਕਿ ਉਹਨਾਂ ਦਾ ਹਰ ਪਾਸਿਓਂ ਗਲਾ ਕੁੱਟਿਆ ਜਾਵੇ। ਸਰ ਮੀਡੀਆ ਦੇ ਜ਼ਰੀਏ ਸਰਕਾਰ ਤੋਂ ਅਗਰ ਕੋਈ ਮੰਗ ਕਰਨੀ ਚਾਹੋ ਆਪਣੇ ਜਿਹੜਾ ਹੈਗਾ MSME ਕਾਰੋਬਾਰ ਦੇ ਲਈ, ਕੀ ਮੰਗ ਕਰਨੀ ਚਾਹੋਗੇ? ਮੇਨ ਤਾਂ ਇੰਡਸਟਰੀਜ਼ ਦੀ ਮੰਗ ਇਹੀ ਹੈ ਜੀ, ਜਿਹੜੇ ਲੋਨ ਪੁਰਾਣੇ ਵੀ ਚੱਲਦੇ ਪਏ ਨੇ ਉਹਨਾਂ ਉੱਤੇ ਇੰਟਰਸਟ ਦੇ ਵਿੱਚ ਉਹਨਾਂ ਨੂੰ ਰਿਲੀਫ ਦਿੱਤੀ ਜਾਵੇ, ਕੁਝ ਸਮਾਂ ਦਿੱਤਾ ਜਾਵੇ। ਜੇ ਨਵੇਂ ਲੋਨ ਦਿੰਦੇ ਨੇ ਤੇ ਉਹਨਾਂ ਨੂੰ ਘੱਟੋ ਘੱਟ 1 ਸਾਲ ਇੰਟਰਸਟ ਫ੍ਰੀ ਦੇਣ, ਤਾਂ ਕਿ ਜਿਹੜਾ ਇੰਡਸਟਰੀ ਆਪਣੀ ਲਾਈਨ 'ਤੇ ਦੁਬਾਰਾ ਆਏ, ਕਿਉਂਕਿ ਇੰਡਸਟਰੀ ਕਰਕੇ ਹੀ ਜਿਹੜਾ ਆਪਣਾ ਪੰਜਾਬ ਦਾ ਸੂਬਾ ਹੈ ਉਹ ਕੁਝ ਕਮਾਈ ਕਰਦਾ ਹੈ, ਜਾਂ ਆਪਣੇ ਖਰਚੇ ਜਿਹੜੇ ਜਿੰਨੇ ਵੀ ਟੈਕਸ ਦੇ ਜ਼ਰੀਏ ਆਪਣੀਆਂ ਸਰਕਾਰਾਂ ਚੱਲਦੀਆਂ ਨੇ ਉਹ ਇੰਡਸਟਰੀ ਵੱਲੋਂ ਹੀ ਹੁੰਦੀਆਂ ਨੇ। ਇਸ ਕਰਕੇ ਇੰਡਸਟਰੀ ਨੂੰ ਵੱਧ ਤੋਂ ਵੱਧ ਖੁੱਲ੍ਹ ਦੇਣੀ ਚਾਹੀਦੀ ਹੈ, ਤਾਂ ਕਿ ਉਹ ਖੁੱਲ੍ਹ ਕੇ ਕੰਮ ਕਰਨ, ਤਾਂ ਕਿ ਜਿੰਨਾ ਵੀ ਵੱਧ ਤੋਂ ਵੱਧ ਰੈਵਨਿਊ ਸਰਕਾਰ ਕੋਲ ਇਕੱਠਾ ਹੋਵੇ ਅਤੇ ਇੰਡਸਟਰੀਜ਼ ਨੂੰ ਵੀ ਥੋੜ੍ਹਾ ਜਿਹਾ ਸੁੱਖ ਦਾ ਸਾਹ ਆ ਸਕੇ। ਜੀ ਬਿਲਕੁਲ, ਇਹ ਸਨ ਭੁਪਿੰਦਰ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਕੰਮਕਾਰ ਨੇ ਜਿਹੜੇ 2 ਮਹੀਨੇ ਤੋਂ ਬੰਦ ਪਏ ਸੀਗੇ, ਉਸ ਦੇ ਵਿੱਚ ਇੱਕ ਵੱਡਾ ਨੁਕਸਾਨ ਆ ਜਿਹੜਾ ਇੰਡਸਟਰੀ ਨੂੰ ਝੱਲਣਾ ਪਿਆ। ਖਰਚੇ ਜਿਹੜੇ ਲਗਾਤਾਰ ਜਾਰੀ ਸੀਗੇ, ਚਾਹੇ ਬੈਂਕ ਦੀਆਂ ਕਿਸ਼ਤਾਂ ਹੋਣ, ਚਾਹੇ ਬਿਜਲੀ ਦੇ ਬਿੱਲ ਹੋਣ, ਬਿਜਲੀ ਦੇ ਬਿੱਲ ਵੀ ਹੁਣ ਧੜ ਆ ਰਹੇ ਨੇ, ਕਿਸ਼ਤਾਂ ਵੀ ਜਿਹੜੀਆਂ ਬੈਂਕ ਜਿਹੜਾ ਲਗਾਤਾਰ ਕੱਟ ਰਿਹਾ, ਹਰ ਮਹੀਨੇ ਕੱਟ ਰਿਹਾ। ਮਜ਼ਦੂਰ ਤਬਕਾ ਜਿਹੜਾ ਹੈਗਾ ਵਾ, ਮਜ਼ਦੂਰਾਂ ਨੂੰ ਵੀ ਸੈਲਰੀ 25% 30% ਇਹਨਾਂ ਨੇ ਬੰਦ ਦੇ ਦੌਰਾਨ, ਇਹਨਾਂ ਨੇ, ਮੈਂ ਇਕੱਲੇ ਇਹਨਾਂ ਦੀ ਗੱਲ ਨਹੀਂ ਕਰੂੰਗਾ, ਸਾਰੇ ਫੈਕਟਰੀ ਵਾਲੇ ਨੇ, ਸਾਰੇ ਮਜ਼ਦੂਰਾਂ ਨੂੰ 25 ਜਾਂ 30% ਜਿਹੜੀ ਸੈਲਰੀ ਮੁਕੱਰਰ ਕੀਤੀ ਸੀ ਸਰਕਾਰ ਨੇ, ਉਹ ਵੀ ਪੇ ਕੀਤੀ ਹੈ। ਉਸ ਤੋਂ ਬਾਅਦ ਵੱਡੀ ਗੱਲ ਇਹ ਹੈ ਕਿ ਇੰਡਸਟਰੀ ਜ਼ਰੂਰ ਸ਼ੁਰੂ ਹੋ ਚੁੱਕੀ ਹੈ, ਲੇਕਿਨ ਬੰਦ ਪਈਆਂ ਇੰਡਸਟਰੀਆਂ ਦੇ ਵਿੱਚ ਕਈ ਇੱਦਾਂ ਦੀਆਂ ਮਸ਼ੀਨਾਂ ਸਨ ਕਿ ਜਿਹੜੀਆਂ ਮਸ਼ੀਨਾਂ ਕੁਝ ਘੰਟੇ ਲਈ ਚੱਲਦੀਆਂ ਜ਼ਰੂਰ ਰੱਖਣੀਆਂ ਚਾਹੀਦੀਆਂ ਸੀ, ਲੇਕਿਨ ਅੱਜ ਦੀ ਡੇਟ ਦੇ ਵਿੱਚ ਉਹ ਮਸ਼ੀਨਾਂ ਨੇ ਜਿਹੜੀਆਂ ਬਿਲਕੁਲ ਬੰਦ ਹੋ ਚੁੱਕੀਆਂ ਨੇ, ਰਿਪੇਅਰ ਮੰਗ ਰਹੀਆਂ ਨੇ, ਜਿਹਦੀ ਮੇਨਟੇਨੈਂਸ ਇਹਨਾਂ ਨੇ ਦੱਸਿਆ ਕਿ ਇੱਕ ਮਸ਼ੀਨ ਦੀ 50,000 ਦੇ ਕਰੀਬ ਮੇਨਟੇਨੈਂਸ ਪੈ ਜਾਂਦੀ ਹੈ। ਇੱਕ ਦੋਹਰੀ ਮਾਰ ਝੱਲਣੀ ਪੈ ਰਹੀ ਹੈ ਇੰਡਸਟਰੀਜ਼ ਨੂੰ। ਛੋਟੀ ਇੰਡਸਟਰੀ ਦੀ ਅਗਰ ਮੈਂ ਗੱਲ ਕਰਾਂ, ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਜ਼ਰੂਰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਕੈਮਰਾਮੈਨ ਸੰਦੀਪ ਸੋਨੀ ਦੇ ਨਾਲ ਵਿਸ਼ਾਲ ਸ਼ਰਦਾ, ਪ੍ਰਾਈਮ ਮੁੱਦੇ, ਲੁਧਿਆਣਾ।